यार वो तो ਹੁਣ ਜਿਹੜਾ ਹੰਕਾਰ ਹੈ ਤੇ ਗਰੂਰ ਹੈ ਤਕੱਬਰ ਹੈ ਜੇ ਪਰਮਾਤਮਾ ਨੂੰ ਇੱਕ ਚੀਜ਼ ਨਾ ਪਸੰਦ ਹੈ ਇਨਸਾਨ ਦੇ ਵਿੱਚ ਤੇ ਹੰਕਾਰ ਹੈ ਤਾਂ ਪੀਐਮ ਸਾਹਿਬ ਦੀ ਫਿਰ ਜੇ ਇਸ ਬਿਆਨ ਨੂੰ ਤਾਂ ਫਿਰ ਆਪਾਂ ਇਹਦੇ 'ਚ ਹੀ ਲੈ ਸਕਦੇ ਤੇ ਉਹ ਜਿਹੜਾ ਮੁਨੀਰ ਨਿਆਜ਼ੀ ਦਾ ਮਸ਼ਹੂਰ ਸ਼ੇਰ ਹੈ ਕਿ कल तक जो यहाँ तख्ते नशी था उसे भी अपने खुदा होने का उतना ही यकीन था और हर एक ਨੂੰ ਲੱਗਦਾ ਰੱਬ ਬਣ ਗਏ ਪਰ ਇਹਨੂੰ ਰੱਬ ਥੋੜੀ ਹੋਣ ਜਿਹੜਾ ਮੈਨੂੰ ਸ਼ੱਕ ਪੈਂਦਾ ਜੀ ਔਰ ਮੈਂ ਕਿਸੇ ਸਿਆਸੀ ਸ਼ੋਖਾਬਾਜ਼ੀ ਨਾਲ ਇਹ ਗੱਲ ਨਹੀਂ ਕਹਿ ਰਿਹਾ ਮੈਨੂੰ ਸ਼ੱਕ ਪੈਂਦਾ ਕਿ ਜਿਹੜੇ ਅੱਜ ਤੋਂ 2 ਦਿਨ ਕਬਲ ਪੰਜਾਬ ਦੀ ਅਸੈਂਬਲੀ ਦੇ ਵਿੱਚ ਜੋ ਸੈਂਟਰ ਦੇ ਜਿਹੜੇ ਐਗਰੀਕਲਚਰ ਬਿੱਲ ਹੈ ਜਿਹੜਾ ਉਹਨਾਂ ਨੂੰ ਪੰਜਾਬ ਅਸੈਂਬਲੀ ਨੇ ਰੱਦ ਕੀਤਾ ਔਰ ਉਹਦੇ ਵਿੱਚ ਕੈਪਟਨ ਸਾਹਿਬ ਦੀ ਕਿਆਦਤ ਜਿਹੜੀ ਹੈ ਔਰ ਕੈਪਟਨ ਸਾਹਿਬ ਦੀ ਰਹਿਨੁਮਾਈ ਜਿਹੜੀ ਕਿ ਪੰਜਾਬ ਨੂੰ ਹਾਜ਼ਰ ਜੋ ਮਿਲੀ ਹੋਈ ਹੈ ਇਹ ਦਰਅਸਲ ਉਹਦਾ ਨਤੀਜਾ ਇਹ ਤਾਂ ਕੋਈ ਜਿਹੜਾ ਕੋਈ ਸਿਆਸੀ ਤਰਜ਼ੀਆਕਾਰ ਹੈ ਔਰ ਬੜਾ ਸਧਾਰਨ ਹੈ ਉਹ ਵੀ ਇਹ ਸਮਝ ਸਕਦਾ ਹੈ ਕਿ ਦਰਅਸਲ ਇਹ ਕੈਪਟਨ ਸਾਹਿਬ ਨੂੰ ਇੱਕ ਕਿਸਮ ਦੀ ਔਰ ਜੋ ਇਹਨਾਂ ਨੇ ਹਰ ਵਾਰ ਸਾਰੇ ਹਿੰਦੁਸਤਾਨ 'ਚ ਵਰਤਿਆ ਕੈਪਟਨ ਸਾਹਿਬ ਪਹਿਲੇ ਸੀਐਮ ਨਹੀਂ ਹੈ ਕਿ ਉਹਨਾਂ ਨੂੰ ਹਰੈਸਮੈਂਟ ਜਾਂ ਉਹਨਾਂ ਨੂੰ ਇੱਕ ਮੈਸੇਜ ਭੇਜਣਾ ਕਿ ਯਾਰ ਤੁਸੀਂ ਜਾਂ ਤਾਂ ਟਿਕ ਜਾਓ ਤੇ ਨਹੀਂ ਤਾਂ ਇਹ ਜਿਹੜੀਆਂ ਸੈਂਟਰਲ ਏਜੰਸੀਜ਼ ਹੈ ਇਹ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਤੰਗ ਕਰਨੀਆਂ ਇਹ ਮੈਨੂੰ ਲੱਗਦਾ ਉਹਦਾ ਡਾਇਰੈਕਟ ਰਿਜ਼ਲਟ ਮਤਲਬ ਜੀ ਆਏ ਦਿਨ ਜੀਰੀ ਦੇ ਟਰੱਕ ਬਾਹਰੋਂ ਖੜੇ ਜਾਂਦੇ ਬਹੁਤ ਕੁਝ ਡੂਮ ਵਾਲੀ ਖੜੇ ਨੇ ਆਈ ਪਾਸੇ ਹੈ ਨਾ ਪਰ ਹੁਣ ਕੁਝ ਕਾਂਗਰਸੀ ਨੇਤਾਵਾਂ ਦੇ ਨਾਮ ਦੇ ਸਾਹਮਣੇ ਆ ਰਹੇ ਉਸ ਤੋਂ ਹੋ ਗਿਆ ਭਾਰਤ ਭੂਸ਼ਣ ਇਹ ਤਾਂ ਪਹਿਲੇ ਵੀ ਜਿਹੜੇ ਟਰੱਕ ਆਉਂਦੇ ਸੀਗੇ ਸਭ ਮੈਨੂੰ ਇਸ ਦਾ ਇਲਮ ਨਹੀਂ ਹੈ ਪਰ ਜਿਹੜੇ ਵੀ ਟਰੱਕ ਫੜੇ ਜਾਂਦੇ ਆ ਪਰ ਜਿਤਨੇ ਵੀ ਫੜੇ ਜਾਂਦੇ ਆ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿਉਂਕਿ ਇਹ ਸਸਤਾ ਮਾਲ ਜਿਹੜਾ ਹੈ ਔਰ ਘਟੀਆ ਮਾਲ ਜਿਹੜਾ ਇਹ ਪੰਜਾਬ ਦੀਆਂ ਮੰਡੀਆਂ 'ਚ ਆਉਂਦਾ ਹੈ ਔਰ ਇਹ ਦੁੱਗਣੇ ਭਾਅ 'ਤੇ ਇਹ ਵਿਕ ਜਾਂਦਾ ਹੈ ਔਰ ਮੈਂ ਤਾਂ ਜਿਹੜੀਆਂ ਕਿਸਾਨ ਜਥੇਬੰਦੀਆਂ ਜਾਂ ਜਿਹੜੇ ਵੀ ਭਰਾ ਨੂੰ ਪਕੜਦੇ ਆ ਮੈਂ ਤਾਂ ਉਹਨਾਂ ਦੀ ਹੌਸਲਾ ਅਫਜ਼ਾਈ ਕਰੂੰਗਾ ਕਿ ਇਹ ਕੰਮ ਜਿਹੜਾ ਹੈ ਇਹ ਨਹੀਂ ਹੋਣਾ ਚਾਹੀਦਾ ਔਰ ਜਿਹੜੇ ਵੀ ਇਹ ਕਰ ਰਹੇ ਆ ਇਹ ਦਰਅਸਲ ਪੰਜਾਬ ਦੇ ਦੁਸ਼ਮਣ ਸਭ ਇਹ ਤਾਂ ਤੁਹਾਡੀ ਗੱਲ ਠੀਕ ਹੈ ਕਿ ਇਹ ਜਿਹੜਾ ਸਟਬਲ ਬਰਨਿੰਗ ਦਾ ਜਿਹੜਾ ਮਸਲਾ ਹੈ ਇਹ ਹਰ ਸਾਲ ਹੀ ਇਹ ਮਹੀਨਾ ਕਾਂਦਾ ਫਿਰ ਲੋਕ ਇਹਨੂੰ ਭੁੱਲ ਜਾਂਦੇ ਆ ਬਟ ਪਿਛਲੇ 2 ਸਾਲਾਂ ਦੇ ਵਿੱਚ ਬਹੁਤ ਸਾਰਾ ਜਿਹੜਾ ਪਰਾਲੀ ਦੀ ਜਿਹੜੀ ਹੈ ਉਹ ਅੱਗ ਦੀ ਬਜਾਏ ਕਿਸਾਨ ਤਾਂ ਇਸ ਗੱਲ ਨੂੰ ਸਮਝ ਚੁੱਕੇ ਆ ਕਿਸੇ ਦਾ ਦਿਲ ਨਹੀਂ ਕਰਦਾ ਕਿ ਮੈਂ ਕਿਉਂਕਿ ਜਦੋਂ ਧੂੰਆਂ ਆਉਂਦਾ ਸਭ ਤੋਂ ਪਹਿਲਾਂ ਤਾਂ ਕਿਸਾਨ ਦੇ ਆਪਣੇ ਖਾਨਦਾਨ ਨੂੰ ਉਹਦੇ ਆਪਣੇ ਜਾਨਵਰਾਂ ਨੂੰ ਉਹਦੇ ਆਪਣੇ ਬੱਚਿਆਂ ਨੂੰ ਉਹਦੇ ਆਪਦੇ ਪਿੰਡ ਨੂੰ ਆਉਂਦਾ ਸ਼ਹਿਰਾਂ ਨੂੰ ਜਾਂ ਦਿੱਲੀ ਨੂੰ ਤਾਂ ਉਦੋਂ ਬਾਅਦ ਜਾਂਦਾ ਔਰ ਪਿਛਲੇ ਕਈ ਸਾਲਾਂ ਤੋਂ ਜਿਹੜੀ ਪਰਾਲੀ ਇਕੱਠੀ ਕਰਨ ਦੀਆਂ ਜਿਹੜੀਆਂ ਮਸ਼ੀਨਾਂ ਹੈ ਜਿਹਨੂੰ ਬੇਲਿੰਗ ਮਸ਼ੀਨਸ ਕਹਿੰਦੇ ਆ ਉਹ ਕਾਫੀ ਹੱਦ ਤੱਕ ਆ ਚੁੱਕੀਆਂ ਅਬਰਪਟਲੀ ਤਾਂ ਸ਼ਾਇਦ ਨਾ ਹੋ ਸਕੇ ਕਿ 21 ਸਾਲ 'ਚ ਖਤਮ ਹੋ ਜਾਏ ਬਟ ਆਰਗੈਨਿਕਲੀ ਮਤਲਬ ਹੌਲੀ ਹੌਲੀ ਰਫਤਾ ਜਿਹੜਾ ਹੈ ਇਹ ਅਗਲੇ 5-7 ਸਾਲ 'ਚ ਇਹ ਮਸਲਾ ਜਿਹੜਾ ਖਤਮ ਹੋ ਜਾਏਗਾ ਬੀਜੇਪੀ ਦੀ ਜੇ ਆਪਾਂ ਗੱਲ ਕਰੀਏ ਰਾਸ਼ਟਰੀ ਪ੍ਰਧਾਨ ਹੈਗੇ ਜੀਤ ਨੇਤਾ ਜੀ ਉਹਨਾਂ ਦੀ ਗੱਲ ਕੀ ਕਿਸਾਨ ਅੰਦੋਲਨ ਕਰ ਰਹੇ ਪੰਜਾਬ ਦੇ ਵਿੱਚ ਉਹ ਕਿਸਾਨ ਅੰਦੋਲਨ ਨਹੀਂ ਕਰਦੇ ਵਿਚੋਲੀਏ ਪ੍ਰਧਾਨ ਮੰਤਰੀ ਦੀ ਵੀ ਹੁਣ ਇਸ ਦਾ ਮੈਂ ਕੀ ਜਵਾਬ ਦੇਵਾਂਗਾ ਮਤਲਬ ਇਹ ਜਿਹੜਾ ਕੁਝ ਦੇਖੋ ਪੰਜਾਬ ਦਾ ਕਿਸਾਨ ਸਾਦਾ ਤਾਂ ਬਹੁਤ ਹੈ ਪਰ ਇੰਨਾ ਵੀ ਸਾਦਾ ਨਹੀਂ ਹੈ ਕਿ ਉਹ ਆਪਣਾ ਨਫਾ ਨੁਕਸਾਨ ਨਹੀਂ ਸਮਝ ਸਕਦਾ ਔਰ ਪੰਜਾਬ ਸਰਕਾਰ ਨੇ ਮੋٹے ਤੌਰ ਤੇ ਕੀ ਗੱਲ ਕਹੀ ਹੈ ਮੋٹے ਤੌਰ ਤੇ ਸਿਰਫ 3 ਹੀ ਗੱਲਾਂ ਕਹੀਆਂ ਇੱਕ ਤਾਂ ਹੈ ਕਿ ਜੋ ਵੀ ਆਦਮੀ ਪੰਜਾਬ ਦੇ ਵਿੱਚ ਫੂਡ ਗ੍ਰੇਨ ਦੀ ਖਰੀਦਾ ਫਰੋਖ ਕਰਨਾ ਚਾਹੁੰਦਾ ਹੈ ਜਾਂ ਖਰੀਦਣਾ ਚਾਹੁੰਦਾ ਹੈ ਵੇਚਣਾ ਚਾਹੁੰਦਾ ਹੈ ਤਾਂ ਪੰਜਾਬ ਸਰਕਾਰ ਮਿਨੀਮਮ ਸਪੋਰਟ ਪ੍ਰਾਈਸ ਜੋ ਗਵਰਨਮੈਂਟ ਆਫ ਇੰਡੀਆ ਦੀ ਤੈਅਸ਼ੁਦਾ ਹੈ ਅਸੀਂ ਕਿਸੇ ਵੀ ਬੰਦੇ ਨੂੰ ਇਦੋਂ ਘੱਟ ਕੀਮਤ ਤੇ ਖਰੀਦਣ ਦੀ ਇਜਾਜ਼ਤ ਨਹੀਂ ਦੇਵਾਂਗੇ ਇਹਨਾਂ ਨੂੰ ਅਸੀਂ ਇਹਦਾ ਕੋਈ ਜੁਰਮਾਨਾ ਰੱਖਿਆ ਹੈ ਤੇ ਇਹਦੀ ਕੋਈ ਕੈਦ ਰੱਖੀ ਹੈ ਦੂਸਰਾ ਅਸੀਂ ਇਹ ਕਹਿ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹਨੇ ਵੀ ਕਾਰੋਬਾਰ ਕਰਨਾ ਹੈ ਘੱਟੋ ਘੱਟ ਲਾਇਸੈਂਸ ਲੈ ਕੇ ਤਾਂ ਆਵੇ ਨਾ ਜੀ ਕਿਸੇ ਰੈਗੂਲੇਸ਼ਨ ਦੇ ਤਹਿਤ ਆਵੇ ਕਿਸੇ ਭਾਵੇਂ ਸੈਂਟਰਲ ਗਵਰਨਮੈਂਟ ਦਾ ਲਾਇਸੈਂਸ ਹੋਵੇ ਭਾਵੇਂ ਸਟੇਟ ਗਵਰਨਮੈਂਟ ਦਾ ਹੋਵੇ ਪਰ ਬਿਨਾ ਲਾਇਸੈਂਸ ਸ਼ੁਦਾ ਬਿਨਾ ਮਨਜ਼ੂਰ ਸ਼ੁਦਾ ਕੋਈ ਇਨਸਾਨ ਜਿਹੜਾ ਹੈ ਉਹ ਪੰਜਾਬ ਦੇ ਫੂਡ ਗ੍ਰੇਨਸ ਦੀ ਖਰੀਦਾ ਫਰੋਖ ਨਹੀਂ ਕਰ ਸਕਦਾ ਔਰ ਤੀਸਰਾ ਜਿਹੜਾ ਹੈ ਕਿ ਜੋ ਵੀ ਜਿਹੜੀ ਪੰਜਾਬ ਦੀ ਜਿਣਸ ਹੈ ਜਿਹਨੂੰ ਉਪਜ ਕਹਿ ਦਿੰਦੇ ਆ ਪ੍ਰੋਡਿਊਸ ਹੈ ਉਹ ਮਾਰਕੀਟ ਯਾਰਡ 'ਚ ਲਿਆਂਦੀ ਜਾਵੇ
ਔਰ ਮਾਰਕੀਟ ਯਾਰਡ 'ਚ ਲਿਆ ਕੇ ਇਹਦੀ ਜੋ ਵੀ ਕੋਈ ਰੂਰਲ ਡਿਵੈਲਪਮੈਂਟ ਫੀਸ ਹੈ, ਮੰਡੀ ਫੀਸ ਹੈ, ਇਹ ਜ਼ਰੂਰ ਦਿੱਤੀ ਜਾਵੇ। ਕਿਉਂਕਿ ਤੁਸੀਂ ਤਾਂ ਜਾਣਦੇ ਹੋ ਕਿ ਜਿਹੜੀ ਰੂਰਲ ਡਿਵੈਲਪਮੈਂਟ ਫੀਸ ਹੈ, ਇਹਦੇ ਨਾਲ ਸਾਰੇ ਪੰਜਾਬ ਦੀਆਂ ਸੜਕਾਂ, ਮੰਡੀਆਂ ਦੇ ਸ਼ੈੱਡ, ਮੰਡੀਆਂ ਦੇ ਵਿੱਚ ਲਾਈਟਾਂ, ਮਜ਼ਦੂਰਾਂ ਦੀ ਇੰਸ਼ੋਰੈਂਸ ਵਗੈਰਾ ਵਗੈਰਾ, ਇਹ ਸਾਰੇ ਨਾਲ ਹੁੰਦੀ ਹੈ। ਸੋ ਇਹ ਇਦੋਂ ਸਾਦਾ, ਇਦੋਂ ਸਧਾਰਨ ਕੋਈ ਪੇਸ਼ਕਸ਼ ਹੋ ਨਹੀਂ ਸਕਦੀ। ਔਰ ਹਿੰਦੁਸਤਾਨ ਇੱਕ ਬਹੁਤ ਵੱਡਾ ਮੁਲਕ ਹੈ। ਐਡੇ ਵੱਡੇ ਮੁਲਕ ਦੇ ਵਿੱਚ ਥੋੜੀ ਬਹੁਤ ਡਾਈਵਰਸਿਟੀ ਜਿਹੜੀ ਹੈ ਇਹ ਹੋਣੀ, ਇਹ ਜਾਇਜ਼ ਵੀ ਹੈ। ਸਿਰਫ ਇੱਕ ਮਾਡਲ ਐਗਰੀਕਲਚਰ ਦਾ ਸਾਰੇ ਮੁਲਕ ਨੂੰ ਫਿੱਟ ਆਵੇ, ਇਹ ਜ਼ਰੂਰੀ ਨਹੀਂ ਹੈ। ਹੋ ਸਕਦਾ ਹੈ 2 ਜਾਂ 3 ਜਾਂ 4 ਮਾਡਲ ਹੋਣ, ਜਾਂ ਜਿੰਨੇ ਸੂਬੇ ਹੈ ਉਸ ਕਿਸਮ ਦੇ ਮਾਡਲ ਹੋਣ। ਸੋ ਅਸੀਂ ਗਵਰਨਮੈਂਟ ਆਫ ਇੰਡੀਆ ਨਾਲ ਨਾ ਤਾਂ ਕੋਈ ਲੜਾਈ ਚਾਹੁੰਦੇ ਆ, ਨਾ ਕੋਈ ਕਨਫਰੰਟੇਸ਼ਨ ਚਾਹੁੰਦੇ ਆ, ਬਟ ਗਵਰਨਮੈਂਟ ਆਫ ਇੰਡੀਆ ਨੂੰ ਕਈ ਵਾਰੀ ਜਿਹੜੀ ਜ਼ਮੀਨੀ ਹਕਾਇਕ ਹੈ ਉਹਦਾ ਇਲਮ ਨਹੀਂ ਹੁੰਦਾ। ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ ਨੋਟਬੰਦੀ ਬਹੁਤ ਅੱਛੀ, ਦੇਸ਼ ਵਾਸਤੇ ਅੱਛੀ ਸਾਬਤ ਹੋਏਗੀ। ਇਹ ਉਹੀ ਸਰਕਾਰ ਹੈ ਜਿਹੜੀ ਕਹਿੰਦੀ ਸੀ ਕਿ GST ਅੱਛੀ ਸਾਬਤ ਹੋਏਗੀ, ਔਰ ਉਹਨਾਂ ਦੇ ਨਤੀਜੇ ਜਿਹੜੇ ਹੈ ਇਸ ਤੋਂ ਬਿਲਕੁਲ ਵਿਪਰੀਤ ਨਿਕਲੇ। ਸੋ ਜੋ ਪੰਜਾਬ ਦਾ ਮੁਤਾਲਬਾ ਹੈ ਉਹ ਸਹੀ ਹੈ। ਥੋੜਾ ਬਹੁਤ ਇਸ ਵੇਲੇ ਗਵਰਨਮੈਂਟ ਆਫ ਇੰਡੀਆ ਹੰਕਾਰ 'ਚ ਬੈਠੀ ਹੈ। ਨੀਤੀ ਆਯੋਗ ਦੇ ਵਿੱਚ ਕਿਸੇ ਨੇ ਉਹਨਾਂ ਨੂੰ ਇਹ ਸਕੀਮ ਬਣਾ ਕੇ ਦੇਤੀ ਹੋਣੀ ਹੈ। ਬਿਨਾਂ ਸਟੇਕ ਹੋਲਡਰ ਦੇ ਕੰਸਲਟੇਸ਼ਨ ਦੇ ਜੇ ਸਕੀਮ ਲਾਗੂ ਕਰੋਗੇ ਤਾਂ ਇਹ ਸਕੀਮ ਫੇਲ ਹੋ ਜੂਗੀ। ਪਤਾ ਨਹੀਂ ਤੁਸੀਂ ਅਖਬਾਰ ਪੜ੍ਹੇ ਹੋਣੇ, ਅੱਜ ਤੋਂ ਹਫ਼ਤਾ ਪਹਿਲਾਂ ਇੱਕ ਗਲੋਬਲ ਹੰਗਰ ਇੰਡੈਕਸ ਆਇਆ ਵੀ ਭੁੱਖਮਰੀ ਜਿਹੜੀ ਹੈ ਉਹ 107 ਮੁਲਕਾਂ ਦੇ ਵਿੱਚੋਂ ਹਿੰਦੁਸਤਾਨ ਦਾ 94 ਨੰਬਰ ਸੀ। ਜੇ ਇਸ ਜਿਹੜਾ ਸਿਸਟਮ ਪਿਛਲੇ 50 ਸਾਲ ਤੋਂ ਵਧੀਆ ਚੱਲ ਰਿਹਾ, ਜਿਹੜਾ ਕਿ ਪੰਜਾਬ ਦਾ ਸਿਸਟਮ ਹੈ, ਤੁਸੀਂ ਉਹਨੂੰ ਕਿਉਂ ਉਖਾੜਨਾ ਚਾਹੁੰਦੇ ਹੋ? ਔਰ ਜਿਹੜਾ ਸਿਸਟਮ ਜਿਹਨੇ ਹਿੰਦੁਸਤਾਨ ਨੂੰ ਅਨਾਜ ਦੇ ਵਿੱਚ ਖੁਦ ਕਫੀਲ ਹੀ ਨਹੀਂ ਬਣਾਇਆ ਬਲਕਿ ਸਰਪਲਸ ਬਣਾਤਾ ਹੈ, ਤੁਸੀਂ ਇਹਨੂੰ ਕਿਉਂ ਵਿਗਾੜਨਾ ਚਾਹੁੰਦੇ ਹੋ? ਔਰ ਤੁਸੀਂ ਮੇਰੀ ਗੱਲ ਤੇ ਯਕੀਨ ਕਰ ਲਿਓ, ਅੱਜ ਸਾਡੀ ਆਬਾਦੀ ਜਿਹੜੀ ਹੈ 1 ਅਰਬ ਤੇ 30 ਕਰੋੜ ਹੋ ਗਈ ਹੈ। ਤੁਹਾਡੀ ਜੇਬ 'ਚ ਜੇ ਅੱਜ ਪੈਸੇ ਵੀ ਹੋਣ ਤੇ ਖੁਦਾ ਨਖਵਾਸਤਾ ਪੰਜਾਬ 'ਚ ਕਾਲ ਪੈ ਜੇ, ਕੋਈ ਹਾਰਵੈਸਟ ਫੇਲੀਅਰ ਹੋ ਜੇ, ਤਾਂ 1 ਅਰਬ ਤੇ 30 ਕਰੋੜ ਬੰਦੇ ਦਾ ਰਾਸ਼ਨ ਖਰੀਦਣ ਵਾਸਤੇ ਭਾਵੇਂ ਪੈਸੇ ਵੀ ਹੋਣ, ਇੰਨਾ ਰਾਸ਼ਨ ਜਿਹੜਾ ਦੁਨੀਆ ਦੀਆਂ ਮੰਡੀਆਂ 'ਚ ਅਵੇਲੇਬਲ ਨਹੀਂ। ਸੋ ਇਸ ਕਰਕੇ ਮੈਨੂੰ ਲੱਗਦਾ ਜਿਹੜੀ ਫੂਡ ਸਿਕਿਉਰਿਟੀ ਹੈ ਉਹ ਇੱਕ ਨੈਸ਼ਨਲ ਸਿਕਿਉਰਿਟੀ ਦੇ ਮਾਨੰਦ ਹੈ। ਜੇ ਕੋਈ ਅਨਾਜ ਦੀ ਕਮੀ ਪੈ ਗਈ ਤਾਂ ਇੰਟਰਨਲ ਸਿਕਿਉਰਿਟੀ ਜਿਹੜੀ ਮੁਤਾਸਰ ਹੋ ਸਕਦੀ ਹੈ। ਸੋ ਮੈਂ ਚਾਹਾਂਗਾ ਕਿ ਪੰਜਾਬ ਨੇ ਇੱਕ ਵਿੰਡੋ ਦੇਤੀ ਹੈ ਗਵਰਨਮੈਂਟ ਆਫ ਇੰਡੀਆ ਨੂੰ ਕਿ ਇਹਦੇ ਤੇ ਦੁਬਾਰਾ ਮੁੜ ਸੋਚ ਲੈਣ। ਮੰਤਰੀ ਜੀ, ਕੇਜਰੀਵਾਲ ਕਹਿ ਰਹੇ ਨੇ ਪੰਜਾਬ ਸਰਕਾਰ ਗੁੰਮਰਾਹ ਕਰ ਰਹੀ ਹੈ ਕਿਸਾਨਾਂ ਨੂੰ। ਸੌਰੀ ਅਰਵਿੰਦ ਕੇਜਰੀਵਾਲ ਕਹਿ ਰਹੇ ਗੁੰਮਰਾਹ ਕਰ ਰਹੀ ਹੈ ਪੰਜਾਬ ਸਰਕਾਰ ਕਿਸਾਨਾਂ ਨੂੰ, ਕਿਉਂਕਿ ਕੈਪਟਨ ਸਰਕਾਰ ਜਦੋਂ ਤੱਕ ਇਹਨਾਂ ਦੇ ਬਿੱਲ ਰੱਦ ਨਹੀਂ ਹੋ ਸਕਦੇ, ਜਦੋਂ ਤੱਕ ਕੇਂਦਰ ਸਰਕਾਰ ਮਨਜ਼ੂਰੀ ਦਿੰਦੀ, ਕੇਂਦਰ ਸਰਕਾਰ ਤੋਂ ਬਿਨਾਂ ਰੱਦ ਨਹੀਂ ਹੋ ਸਕਦੇ ਜਿਹੜੇ 4 ਜਿਸ ਦਿਨ ਇਹ ਬਿੱਲ ਪੇਸ਼ ਹੋਏ ਸੀਗੇ ਉਸ ਦਿਨ ਵੀ CM ਸਾਹਿਬ ਨੇ ਬੜੇ ਵਾਜ਼ੇ ਤੌਰ ਤੇ ਕਿਹਾ ਸੀ ਕਿ ਇਹ ਜਿਹੜੀ ਕੀਤੇ ਇੱਕ ਕਿਸਮ ਦੀ ਬੁਨਿਆਦ ਹੈ, ਸ਼ੁਰੂਆਤ ਹੈ। ਪੰਜਾਬ ਦਾ ਜਿਹੜਾ ਮੁਕੱਦਮਾ ਹੈ, ਇਹ ਮੁਕੱਦਮਾ ਜਿਹੜਾ ਹੈ ਕਈ ਮਰਲਿਆਂ 'ਚ ਲੜਿਆ ਜਾਣਾ ਹੈ। ਗਵਰਨਰ ਸਾਹਿਬ ਉਹਦੀ ਮਨਜ਼ੂਰੀ ਦਿੰਦੇ ਹੈ ਕਿ ਨਹੀਂ, ਪ੍ਰੈਜ਼ੀਡੈਂਟ ਸਾਹਿਬ ਦਿੰਦੇ ਹੈ ਕਿ ਨਹੀਂ, ਉਸ ਤੋਂ ਬਾਅਦ ਲੜਾਈ ਜਿਹੜੀ ਹੈ ਇਹ ਸੁਪਰੀਮ ਕੋਰਟ 'ਚ ਜਾਂ ਕਾਨੂੰਨੀ ਜਿਹੜੇ ਸਾਡੇ ਮੁਸ਼ੀਰ ਹੈ ਉਹਨਾਂ ਨੇ ਲੜਨੀ ਹੈ। ਸੋ ਇਹ ਲੰਬੀ ਲੜਾਈ ਹੈ, ਬਟ ਮੈਨੂੰ ਇਸ ਗੱਲ ਦਾ ਯਕੀਨ ਹੈ ਕਿ ਗਵਰਨਮੈਂਟ ਆਫ ਇੰਡੀਆ ਜਿਹੜਾ ਹੈ ਉਹ ਆਪਣੇ ਜਿਹੜੇ ਫੈਸਲੇ ਆ ਉਹਨਾਂ ਤੇ ਦੁਬਾਰਾ ਵਿਚਾਰ ਕਰੇਗੀ। ਵਰਨਾ ਔਰ ਮੇਰੀ ਅਕਲ ਜਿਹੜੀ ਹੈ ਦੰਗ ਹੈ ਕਿ ਜਦੋਂ ਕੋਵਿਡ ਦੀ ਮਹਾਮਾਰੀ ਚੱਲ ਰਹੀ ਹੈ, ਹਿੰਦੁਸਤਾਨ ਦੀ ਇਕਨੋਮੀ ਜਿਹੜੀ ਹੈ ਉਹ ਤਬਾਹਸ਼ੁਦਾ ਜਿਹੜੇ ਮੁਲਕ ਹੈ ਉਹਨਾਂ ਸਾਡਾ ਸ਼ੁਮਾਰ ਹੋ ਗਿਆ, ਜਿੰਨੀ GDP ਕੰਟਰੈਕਟ ਕਰ ਗਈ ਹੈ। ਇਹ ਫੈਸਲਾ ਅੱਜ ਇਹ ਲੈਣ ਦੀ ਜ਼ਰੂਰਤ ਕਿਉਂ ਪੇਸ਼ ਆਈ? ਔਰ ਤੁਸੀਂ ਅਗਰ ਦੇਖਿਆ ਹੋਣਾ ਕਿ ਗਵਰਨਮੈਂਟ ਆਫ ਇੰਡੀਆ ਨੇ ਪਿਛਲੇ 6-7-8 ਮਹੀਨਿਆਂ 'ਚ ਕਰੋਨਾ ਦੇ ਵਿੱਚ ਜੇ ਕੋਈ ਰਾਹਤ ਦਿੱਤੀ ਹੈ ਤਾਂ ਉਹ ਕੋਈ ਪੈਸੇ ਦੀ ਰਾਹਤ ਨਹੀਂ ਦਿੱਤੀ। ਇਹ ਫੂਡ ਗ੍ਰੇਨ ਕਿਉਂਕਿ ਸਾਡੇ ਕੋਲ ਭੰਡਾਰ ਸੀਗੇ ਤਾਂ ਅਸੀਂ ਇਹਨਾਂ ਨੂੰ ਵੰਡ ਪਾਏ ਹਾਂ। ਸੋ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਆਫ ਇੰਡੀਆ ਦਾ ਜਿਹੜਾ ਫੈਸਲਾ ਹੈ ਇਹ ਗੈਰ ਜ਼ਿੰਮੇਵਾਰਾਨਾ ਹੈ ਤੇ ਇਹਨਾਂ ਨੂੰ ਵਾਪਸ ਲੈਣਾ। ਫ੍ਰੀ ਸੇਵਾ, ਫ੍ਰੀ ਸਮਾਧਾਨ। ਫੀਸ ਕਮ ਹੋਣ ਤੋਂ ਬਾਅਦ ਵਿਦੇਸ਼ 'ਚ ਬੈਠੇ ਕਿਉਂ ਹੋ ਪਰੇਸ਼ਾਨ? ਤੰਤਰ ਮੰਤਰ, ਕਾਲੀ ਸ਼ਕਤੀ ਅਤੇ ਕਾਲੇ ਇਲਮ ਦੇ ਬੇਤਾਜ ਬਾਦਸ਼ਾਹ ਪੰਡਤ ਅਜੇ ਸ਼ਰਮਾ ਜੀ। ਮੇਰਾ ਕੀਤਾ ਹੋਇਆ ਚੱਲੇਗਾ 7 ਸਮੁੰਦਰ ਪਾਰ। ਕੋਈ ਅਜਿਹਾ ਤਾਲਾ ਨਹੀਂ ਜੋ ਖੁੱਲੇ ਨਾ। ਹਰ ਕੰਮ ਹੁੰਦਾ ਕਰਨ ਵਾਲਾ ਚਾਹੀਦਾ। ਹਰ ਸਮੱਸਿਆ ਦਾ ਸਮਾਧਾਨ 100% ਗਰੰਟੀ ਦੇ ਨਾਲ। ਅਸ਼ਟਾਮ ਪੇਪਰ ਤੇ ਲਿਖ ਕੇ ਲਵੋ। ਸਪੈਸ਼ਲਿਸਟ ਵਸ਼ੀਕਰਨ ਕਰਨਾ ਜਾਂ ਤੁੜਵਾਉਣਾ, ਲਵ ਮੈਰਿਜ, ਲਾਟਰੀ ਨੰਬਰ,
ਪੀਆਰ ਪ੍ਰੋਬਲਮ, ਵਿਦੇਸ਼ 'ਚ ਪੱਕਾ ਹੋਣਾ, ਸੋਤਨ ਜਾਂ ਦੁਸ਼ਮਣ ਤੋਂ ਛੁਟਕਾਰਾ, ਕਰਜ਼ਾ ਮੁਕਤੀ, ਸੱਸ ਨੂੰ, ਪਤੀ ਪਤਨੀ ਵਿੱਚ ਅਣਬਣ, ਜਾਇਦਾਦ ਵਿੱਚ ਝਗੜਾ, ਮਨ ਛਾਇਆ ਪਿਆਰ, ਬੱਚੇ ਕਹਿਣੇ ਤੋਂ ਬਾਹਰ, ਘਰ ਵਿੱਚ ਕਲੇਸ਼, ਕੀਤਾ ਕਰਾਇਆ, ਕਿਸੇ ਨੂੰ ਸ਼ਰਾਬ ਦੀ ਲੱਤ ਤੋਂ ਬਾਹਰ ਕੱਢਣਾ, ਤੁਹਾਡਾ ਕੋਈ ਭੈਣ ਭਰਾ, ਪਤੀ ਪਤਨੀ, ਪ੍ਰੇਮੀ ਪ੍ਰੇਮਿਕਾ ਕਿਸੇ ਦੇ ਵਸ ਵਿੱਚ ਹੈ ਤਾਂ ਉਸ ਨੂੰ ਬਾਹਰ ਕੱਢਣ ਲਈ ਤੁਰੰਤ ਸੰਪਰਕ ਕਰੋ ਪੰਡਿਤ ਅਜੇ ਸ਼ਰਮਾ ਜੀ ਨਾਲ। ਸਾਡੀਆਂ ਸੇਵਾਵਾਂ ਤੁਹਾਡੇ ਲਈ 24 ਘੰਟੇ ਖੁੱਲੀਆਂ ਹਨ। ਮੇਰੇ ਤੋਂ ਪਹਿਲਾ ਕੰਮ ਕਰਨ ਵਾਲੇ ਨੂੰ ਮੂੰਹ ਮੰਗਿਆ ਇਨਾਮ। ਮੋਬਾਈਲ ਨੰਬਰ 98724 33618। ਨੰਬਰ ਇੱਕ ਵਾਰ ਫਿਰ ਨੋਟ ਕਰ ਲਓ 9872 433 618।